शिव सेना के ਜਿਹੜੇ ਲੀਡਰ ਸੀਗੇ ਨਾ ਉਹ ਡੀਜੀਪੀ ਨੂੰ ਪਹਿਲਾਂ ਮਿਲ ਕੇ ਗਏ ਸੀ ਕਿ ਸਾਡੀ शिव सेना ਦੇ ਜਿਹੜੇ ਬੰਦੇ ਆ ਤੇ ਉਹ ਗੜਬੜ ਕਰਨਾ ਚਾਹੁੰਦੇ ਆ। ਭੱਲੇ ਨੂੰ ਤੇ ਅਮਿਤ ਸ਼ਾਹ ਨੂੰ ਪੂਰਾ ਗਿਆਨ ਸੀ ਕਿ ਇਹ ਅਸੀਂ ਗੜਬੜ ਕਰਾਉਣੀ ਹੈ। ਮਤਲਬ ਸਾਰਾ ਕੁਝ ਸਰਕਾਰ ਦੇ ਇਸ਼ਾਰੇ ਤੇ ਹੋ ਰਿਹਾ ਹੈ। ਫਿਰ ਹੋ ਤਾਂ ਰਿਹਾ ਜਿਵੇਂ ਮੈਂ ਤੁਹਾਨੂੰ ਦੱਸਿਆ ਉਹਨੂੰ 10 ਗਨਮੈਨ ਕਿਉਂ ਦਿੱਤੇ ਭੱਲੇ ਨੇ ਤੇ ਅਮਿਤ ਸ਼ਾਹ ਨੇ ਤੇ ਡੀਜੀਪੀ ਨੇ ਕਿਉਂ ਨਹੀਂ ਐਕਸ਼ਨ ਲਿਆ। ਇੰਨੀ ਮਾਤਰਾ ਦੇ ਵਿੱਚ ਹੈਰੋਇਨ ਫੀਮ ਅਸਲਾ ਆ ਰਿਹਾ ਬਰੂਦ ਆ ਰਿਹਾ। BSF ਦਾ ਕੰਮ ਹੈ ਇਸ ਨੂੰ ਰੋਕਣਾ। ਸਿੱਖਾਂ ਦੇ ਉੱਤੇ ਨਿਗਰਾਨੀ ਤੇ ਪਹਿਰਾ ਤੇ ਜ਼ੁਲਮ ਕਰਨ ਦੇ ਲਈ 50 ਕਿਲੋਮੀਟਰ ਹੋਰ ਅੰਦਰ ਦੇਤੀ ਹੈ। ਇਹ ਸਿੱਖਸ ਆਫ ਜਸਟਿਸ ਬਹੁਤ ਗਲਤੀ ਕਰ ਰਹੀ ਹੈ ਜਿਹੜੀ ਸਿੱਖ ਮਰਿਆਦਾ ਤੋਂ ਬਗੈਰ ਇਹੋ ਜਿਹੇ ਹੁਕਮ ਦੇ ਰਹੀ ਹੈ। ਜਦੋਂ ਸਿੱਖਾਂ ਨੇ ਕੰਮ ਕਰਨਾ ਹੁੰਦਾ ਹੈ ਉਹ ਪਹਾੜੇ ਦੇ ਫੌਜੀ ਨਹੀਂ ਬਣਦੇ ਹੈਗੇ। ਜਿੰਨੇ ਵੀ ਦਰਬਾਰ ਸਾਹਿਬ ਦੇ ਉੱਤੇ ਹਮਲੇ ਕੀਤੇ ਹੈ ਉਹ ਆਪਣੀ ਮੌਤੇ ਨਹੀਂ ਮਰਿਆ। ਤੇ ਸਿੱਖ ਬੜੀ ਵੱਡੀ ਕੌਮ ਹੈ, ਛੱਡਦੀ ਨਹੀਂ। 25 ਸਾਲ ਬਾਅਦ ਜਨਰਲ ਡਾਇਰ ਨੂੰ ਭਾਈ ਊਧਮ ਸਿੰਘ ਜਾ ਕੇ ਵਿਲਾਇਤ ਮਾਰ ਸਕਦੇ ਹੈ ਤਾਂ ਇਹ ਕੋਈ ਛੋਟੀ ਗੱਲ ਨਹੀਂ ਹੈ। ਇਹ ਕਈ ਵਾਰੀ ਦੇਸ਼ ਕਿਸੇ ਕੌਮ ਦੇ ਖਿਲਾਫ ਵੈਰ ਲੈਣ ਦੇ ਲਈ ਇਹੋ ਜਿਹੇ ਪੱਜ ਬਣਾਉਂਦੇ ਆ ਕਿ ਆਹ ਅਸਲਾ ਫੜਿਆ ਗਿਆ, ਆਹ ਅਸਲਾ ਫੜਿਆ ਗਿਆ, ਫਿਰ ਇੱਕਦਮ ਇਹ ਚੀਜ਼ਾਂ ਦਿਖਾ ਦਿੰਦੇ ਜੀ ਆਹ ਵੀ ਮਿਲਿਆ, ਆਹ ਵੀ ਇਹਨੇ ਕੀਤਾ, ਆਹ ਵੀ ਕੀਤਾ। ਜੇ ਮੇਰਾ ਰਾਜ ਆ ਜਾਜੇ ਨਾ ਇਹ ਸਾਰੇ RSS ਬੰਦਿਆਂ ਨੂੰ ਮੈਂ ਨਿੱਕਰਾਂ ਪਵਾ ਕੇ 3 ਮਹੀਨਿਆਂ ਦੀ ਟ੍ਰੇਨਿੰਗ ਦੇ ਕੇ ਸਾਰਿਆਂ ਨੂੰ LAC ਲਦਾਖ ਤੇ ਪਾਕਿਸਤਾਨ ਦੀ ਲਾਈਨ ਤੇ ਭੇਜਦਾ। ਵਿਜਨ ਪੰਜਾਬ ਦੀ ਟੀਮ ਪਹੁੰਚੀ ਆ ਕਿਲ੍ਹਾ ਹਰਨਾਮ ਸਿੰਘ ਫਤਿਹਗੜ੍ਹ ਸਾਹਿਬ, ਜਿੱਥੇ ਅਸੀਂ ਅੱਜ ਗੱਲਬਾਤ ਕਰਾਂਗੇ ਸਰਦਾਰ ਸਿਮਰਜੀਤ ਸਿੰਘ ਮਾਨ ਹੋਰਾਂ ਨਾਲ, ਜਿਹੜੇ ਕਿ ਪਿਛਲੇ ਲੰਮੇ ਸਮੇਂ ਤੋਂ ਸਿੱਖਾਂ ਦੇ ਜਿਹੜੇ ਮਸਲੇ ਆ ਉਹਨਾਂ ਦੀ ਤਰਜਮਾਨੀ ਕਰਦੇ ਆ ਰਹੇ ਨੇ। ਪੰਜਾਬ ਦੇ ਵਿੱਚ ਲਗਾਤਾਰ ਜਿਹੜਾ ਪੰਜਾਬ ਦਾ ਮਾਹੌਲ ਆ ਹਿੰਦੂ ਤੇ ਸਿੱਖਾਂ ਨੂੰ ਲੜਾਇਆ ਜਾ ਰਿਹਾ ਹੈ। ਤੇ ਜੇ ਪਿੱਛੇ ਜੇ ਆਪਾਂ ਗੱਲ ਕਰੀਏ ਪਟਿਆਲਾ ਜਿਹੜੀ ਵਾਇਲੇਸ਼ਨ ਹੋਈ ਹੈਗੀ ਆ, ਉੱਥੇ ਇੱਕ ਪਾਸੇ ਜਿਹੜੇ ਹਿੰਦੂ ਨੇ ਖਾਲਸਤਾਨ ਮੁਰਦਾਬਾਦ ਦੇ ਨਾਅਰੇ ਲਾਉਂਦੇ ਤੇ ਸਿੱਖ ਜਿਹੜੇ ਹੈਗੇ ਨੇ ਜਿੰਦਾਬਾਦ ਦੇ ਨਾਅਰੇ ਲਾਉਂਦੇ ਆ। ਇੱਥੇ ਇਹ ਤੁਹਾਨੂੰ ਲੱਗਦਾ ਨਹੀਂ ਵੀ ਕਿਤੇ ਲੜਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ? ਕਿਉਂਕਿ ਕਦੇ ਪੰਜਾਬ ਦੇ ਵਿੱਚ ਤਾਂ ਇਹ ਹੋਇਆ ਹੀ ਨਹੀਂ ਹੈਗਾ ਵੀ ਕਦੇ ਹਿੰਦੂ ਸਿੱਖ ਜਾਂ ਮੁਸਲਮਾਨ ਆਪਸ ਵਿੱਚ ਹੀ ਲੜੇ ਹੋਣ। ਸਰ ਰਣਜੋਤ ਸਿੰਘ, ਗੱਲ ਇਹ ਹੈ ਕਿ ਇਹ ਸਾਜ਼ਿਸ਼ ਬਹੁਤ ਭਾਰੀ ਹੈ। ਕਿਉਂ ਕਰਕੇ शिव सेना ਦੇ ਜਿਹੜੇ ਲੀਡਰ ਸੀਗੇ ਨਾ ਉਹ DGP ਨੂੰ ਪਹਿਲਾਂ 4-5 ਦਿਨ ਪਹਿਲਾਂ ਮਿਲ ਕੇ ਗਏ ਸੀ। ਉਹਨਾਂ ਨੇ ਉਹਨਾਂ ਨੂੰ ਦੱਸਿਆ ਸੀ DGP ਨੂੰ ਕਿ ਸਾਡੀ शिव सेना ਦੇ ਜਿਹੜੇ ਬੰਦੇ ਹੈ ਸਾਡੇ ਕੰਟਰੋਲ ਦੇ ਵਿੱਚ ਨਹੀਂ ਹੈ ਤੇ ਉਹ ਗੜਬੜ ਕਰਨਾ ਚਾਹੁੰਦੇ ਹੈ। ਤੇ ਜਿਹੜਾ ਸਿੰਗਲਾ ਸੀ ਬਦਮਾਸ਼ ਜਿਹੜਾ ਇਹਨਾਂ ਦੀ ਅਗਵਾਈ ਕਰ ਰਿਹਾ ਸੀ, ਉਸ ਨੂੰ ਸੈਂਟਰ ਅਮਿਤ ਸ਼ਾਹ ਨੇ ਤੇ ਯੂਨੀਅਨ ਹੋਮ ਸੈਕਟਰੀ ਨੇ ਭੱਲਾ ਸਾਹਿਬ ਨੇ ਉਸ ਨੂੰ 10 ਗਨਮੈਨ ਦੀ ਰੱਖਿਆ ਦਿੱਤੀ ਹੋਈ ਸੀਗੀ। ਇਹਦਾ ਮਤਲਬ ਹੈ ਕਿ ਭੱਲੇ ਨੂੰ ਤੇ ਅਮਿਤ ਸ਼ਾਹ ਨੂੰ ਪੂਰਾ ਗਿਆਨ ਸੀ ਕਿ ਇਹ ਅਸੀਂ ਗੜਬੜ ਕਰਾਉਣੀ ਹੈ। ਜਦ शिव सेना ਦੇ ਲੀਡਰ ਆ ਕੇ ਕਹਿ ਜਾਣ DGP ਨੂੰ ਕਿ ਤੁਸੀਂ ਉਹਨਾਂ ਦਾ ਖਿਆਲ ਰੱਖੋ, ਉਹਨਾਂ ਨੇ ਗੜਬੜ ਕਰਾਉਣੀ ਹੈ, ਫਿਰ DGP ਤੇ ਸਰਦਾਰ ਮਾਨ ਦੀ ਸਰਕਾਰ ਨੇ ਉਸ ਵੇਲੇ ਪ੍ਰਬੰਧ ਕਿਉਂ ਨਹੀਂ ਕੀਤਾ? ਠੀਕ ਹੈ, ਇਹ ਕੀਤੀ ਕਰਾਈ ਗੱਲ ਹੈ। ਤੇ ਜਦੋਂ ਭੱਲਾ ਸਾਹਿਬ ਤੇ ਅਮਿਤ ਸ਼ਾਹ ਦਾ ਆਰਡਰ ਹੋਵੇ ਹੋਮ ਸੈਕਟਰੀ ਤੇ ਹੋਮ ਮਿਨਿਸਟਰ ਦਾ ਕਿ ਗੜਬੜ ਕਰਾਉਣੀ ਹੈ, ਫਿਰ DGP ਤੇ ਚੀਫ ਮਿਨਿਸਟਰ ਕੀ ਕਰ ਸਕਦੇ ਆ? ਇਹ ਤਾਂ ਸੈਂਟਰ ਦੇ ਇਹ ਨੌਕਰ ਹੁੰਦੇ ਆ। ਜਿਵੇਂ ਸੈਂਟਰ ਕਹਿੰਦੀ ਹੈ ਉਸ ਤਰ੍ਹਾਂ ਹੀ ਇਹ ਜੈ ਸ਼੍ਰੀ ਰਾਮ ਕਹਿ ਦਿੰਦੇ ਆ ਬਸ। ਮਤਲਬ ਸਾਰਾ ਕੁਝ ਸਰਕਾਰ ਦੇ ਇਸ਼ਾਰੇ ਤੇ ਹੋ ਰਿਹਾ ਹੈ। ਫਿਰ ਹੋ ਤਾਂ ਰਿਹਾ ਜਿਵੇਂ ਮੈਂ ਤੁਹਾਨੂੰ ਦੱਸਿਆ ਉਹਨੂੰ 10 ਗਨਮੈਨ ਕਿਉਂ ਦਿੱਤੇ ਭੱਲੇ ਨੇ ਤੇ ਅਮਿਤ ਸ਼ਾਹ ਨੇ ਤੇ DGP ਨੇ ਕਿਉਂ ਨਹੀਂ ਐਕਸ਼ਨ ਲਿਆ? DGP ਨੇ ਚੀਫ ਮਿਨਿਸਟਰ ਨੂੰ ਦੱਸਿਆ ਹੋਣਾ, ਚੀਫ ਮਿਨਿਸਟਰ ਨੇ ਕਿਹਾ ਹੋਣਾ ਖਾਮੋਸ਼ ਰਹਿ ਜਾਓ। ਇਹ ਤਾਂ ਕਰਾਇਆ ਗਿਆ। ਤੇ ਫਿਰ ਸਾਡਾ ਜਿਹੜਾ ਫੱਟੜ ਹੋਇਆ ਸਿੰਘ ਇੱਥੇ ਨਾਲ ਦੇ ਪਿੰਡ ਦਾ ਤੇ ਜਿਹਦੇ ਲੱਤ ਦੇ ਵਿੱਚ ਗੋਲੀ ਮਾਰੀ ਹੈ ਉਸ ਦਾ ਪੂਰੀ ਤਰ੍ਹਾਂ ਇਲਾਜ ਵੀ ਨਹੀਂ ਹੁਕੂਮਤ ਕਰਾ ਰਹੀ।
ਉਹਦੇ ਗੋਲੀ ਵੱਜਣ ਦੇ ਨਾਲ ਨਿਸ਼ਾਨ ਆ ਗਏ ਉਹਦੇ ਕੈਂਸਰ ਦੇ। ਅਸੀਂ ਆਖਿਆ ਉਹਦਾ ਇਲਾਜ ਕਰਾਓ। ਅਜੇ ਤੱਕ ਇਲਾਜ ਤਾਂ ਕੀ ਕਰਾਉਣਾ ਸੀ, ਉਹਦੇ ਉੱਤੇ ਵੀ ਫੌਜਦਾਰੀ ਦਾ ਕੇਸ ਪਾਤਾ। ਲੈ ਦੱਸੋ, ਜਿਹਦੇ ਗੋਲੀ ਮਾਰੀ ਹੈ ਮੰਦਰ ਦੇ ਵਿੱਚੋਂ। ਸੋ ਇਹੋ ਜਿਹੀ ਅੰਨੇ ਧੁੰਦ ਸਾਡੇ ਉੱਤੇ ਜ਼ਬਰ ਹੋ ਰਿਹਾ। ਹੁਣ ਤੁਸੀਂ ਰੋਜ਼ ਪੜ੍ਹਦੇ ਹੋ ਕਿ ਇਹ ਇੰਨੀ ਮਾਤਰਾ ਦੇ ਵਿੱਚ ਹੈਰੋਇਨ, ਚਿੱਟਾ, ਫੀਮ, ਅਸਲਾ ਆ ਰਿਹਾ, ਬਰੂਦ ਆ ਰਿਹਾ। ਇਹ BSF ਦਾ ਕੰਮ ਹੈ ਇਸ ਨੂੰ ਰੋਕਣਾ। ਪਰ BSF ਨੇ ਰੋਕਣਾ ਤਾਂ ਕੀ ਹੈ, ਉਹਨਾਂ ਦੀ ਹਦੂਦ ਬਾਰਡਰ ਤੋਂ ਸਿੱਖਾਂ ਦੇ ਉੱਤੇ ਨਿਗਰਾਨੀ ਤੇ ਪਹਿਰਾ ਤੇ ਜ਼ੁਲਮ ਕਰਨ ਦੇ ਲਈ 50 ਕਿਲੋਮੀਟਰ ਹੋਰ ਅੰਦਰ ਦੇਤੀ ਹੈ। ਇਹ ਸਿੱਖਾਂ ਦੇ ਉੱਤੇ ਜਿਵੇਂ ਹੌਲੀ ਹੌਲੀ ਇਹਨਾਂ ਨੇ ਕਸ਼ਮੀਰ ਦੇ ਉੱਤੇ ਰਾਜ ਸਥਾਪਿਤ ਕੀਤਾ ਮੋਦੀ ਦਾ। 2019 ਦੇ ਵਿੱਚ 5 ਅਗਸਤ ਦੇ ਵਿੱਚ ਉਹਨਾਂ ਦੀ 370 ਦਫਾ 35A ਦਫਾ ਕੌਂਸਟੀਟਿਊਸ਼ਨ ਦੇ ਜਿਹੜੇ ਖੁਦ ਮੁਖਤਿਆਰੀ ਦੇ ਇਖਤਿਆਰ ਸੀਗੇ ਉਹ ਖਤਮ ਕਰਤੇ। ਇਸੇ ਤਰ੍ਹਾਂ ਇਹ ਹਿੰਦੂਤਵਾ ਤਿਆਰੀ ਕਰ ਰਹੀ ਹੈ ਕਿ ਹੁਣ ਸਿੱਖਾਂ ਦੇ ਉੱਤੇ ਵੀ ਉਸੇ ਤਰ੍ਹਾਂ ਦਾ ਕਬਜ਼ਾ ਕੀਤਾ ਜਾਵੇ ਜਿਵੇਂ ਅਸੀਂ ਕਸ਼ਮੀਰ ਦੇ ਉੱਤੇ ਕੀਤਾ ਹੋਇਆ। ਮਾਨ ਸਾਹਿਬ, ਪੰਜਾਬ ਦੇ ਵਿੱਚ ਬਹੁਤ ਵੱਡਾ ਮੁੱਦਾ ਹੈਗਾ ਬੇਰੁਜ਼ਗਾਰੀ। ਬੇਰੁਜ਼ਗਾਰੀ ਮਤਲਬ ਕਿ ਸਾਡਾ ਨੌਜਵਾਨ ਜਿਹੜਾ ਮਤਲਬ ਕਿ ਹੈਗਾ, ਸਾਡੀ ਨੌਜਵਾਨੀ ਹੈਗੀ ਆ ਬਿਲਕੁਲ ਭੜਕ ਚੁੱਕੀ ਆ। ਉਹਨਾਂ ਨੇ ਹਥਿਆਰ ਚੱਕਣੇ ਸ਼ੁਰੂ ਕਰਤੇ ਅਤੇ ਕੁਛ ਜਿਵੇਂ ਕਿ ਸਿੱਖ ਫਾਰ ਜਸਟਿਸ ਹੈਗਾ, ਉਹ ਕਹਿ ਰਿਹਾ ਸਾਡੇ ਵਾਸਤੇ ਤੁਸੀਂ ਇਹ ਕੰਮ ਕਰੋ, ਤੁਹਾਨੂੰ ਅਸੀਂ ਇੰਨੇ ਡਾਲਰ ਦੇਵਾਂਗੇ, ਇਹ ਕੰਮ ਕਰੋ, ਇਹ ਡਾਲਰ ਦੇਵਾਂਗੇ। ਕਿਤੇ ਲੱਗਦਾ ਨਹੀਂ ਹੈਗਾ ਵੀ ਜਿਹੜੀ ਸਾਡੀ ਨੌਜਵਾਨੀ ਨੂੰ ਭਟਕਾਇਆ ਜਾ ਰਿਹਾ, ਕਿਉਂਕਿ ਪੰਜਾਬ ਤਾਂ ਪਹਿਲਾਂ ਹੀ ਬਹੁਤ ਸੰਤਾਪ ਉਠਾਇਆ ਪੰਜਾਬ ਨੇ। ਸਰ ਰਣਜੋਤ ਸਿੰਘ, ਇਹ ਸਿੱਖ ਕਦੇ ਵੀ ਪਹਾੜੇ ਦੇ ਫੌਜੀ ਨਹੀਂ ਬਣਦੇ ਹੁੰਦੇ। ਇਹ ਸਿੱਖਸ ਆਫ ਜਸਟਿਸ ਬਹੁਤ ਗਲਤੀ ਕਰ ਰਹੀ ਹੈ, ਜਿਹੜੀ ਸਿੱਖਾਂ ਨੂੰ ਕਹਿੰਦੀ ਹੈ ਅਸੀਂ ਤੁਹਾਨੂੰ ਪੈਸੇ ਦੇਵਾਂਗੇ ਅਤੇ ਤੁਸੀਂ ਝੰਡੇ ਲਾ ਦਿਓ, ਤੁਸੀਂ ਫਲਾਣਾ ਚੀਜ਼ ਕਰ ਦਿਓ। ਇਹ ਸਿੱਖਸ ਫॉर ਜਸਟਿਸ ਜਿਹੜੀ ਸਿੱਖ ਮਰਿਆਦਾ ਤੋਂ ਬਗੈਰ ਇਹੋ ਜਿਹੇ ਹੁਕਮ ਦੇ ਰਹੀ ਹੈ, ਇਹਦਾ ਹੁਣ ਖਾਤਮਾ ਹੋਊਗਾ। ਕਿਉਂ ਕਰਕੇ ਮਰਿਆਦਾ ਨਹੀਂ। ਜਦੋਂ ਸਿੱਖਾਂ ਨੇ ਕੰਮ ਕਰਨਾ ਹੁੰਦਾ ਹੈ, ਉਹ ਪਹਾੜੇ ਦੇ ਫੌਜੀ ਨਹੀਂ ਬਣਦੇ ਹੈਗੇ। ਜਿਵੇਂ ਭਾਈ ਬੇਅੰਤ ਸਿੰਘ ਹੈ, ਸਤਵੰਤ ਸਿੰਘ ਹੈ, ਕੇਰ ਸਿੰਘ ਹੈ, ਭਾਈ ਜਿੰਦਾ ਅਤੇ ਸੁੱਖਾ ਹੈਗੇ ਹੈ, ਹੋਰ ਸਿੰਘ ਹੈ ਜਿਨ੍ਹਾਂ ਨੇ ਸਾਡਾ ਸਾਫਾ ਡਿੱਗਿਆ ਹੋਇਆ ਫਿਰ ਸਾਡੀ ਧੌਣ ਦੇ ਉੱਤੇ ਅਤੇ ਸਿਰ ਦੇ ਉੱਤੇ ਪਾਇਆ, ਅਤੇ ਸਾਡੀ ਜਿਹੜੀ ਛਾਤੀ ਹੈ ਚੌੜੀ ਹੋ ਕੇ ਚੱਲਦੀ ਹੈ। 5 ਸਾਲ ਮੈਂ ਪਾਰਲੀਮੈਂਟ ਦਾ ਮੈਂਬਰ ਰਿਹਾ ਅਤੇ ਮੇਰੀ ਅੱਖ ਵੱਲ ਤਾਂ ਕੋਈ ਹਿੰਦੂਤਵ ਦਾ ਬੰਦਾ ਦੇਖ ਹੀ ਨਹੀਂ ਸੀ ਸਕਦਾ। ਅਤੇ ਛਾਤੀ ਮੇਰੀ ਐਂ ਹੁੰਦੀ ਸੀ ਪਿੱਛੇ, ਅਤੇ ਧੌਣ ਉੱਚੀ ਹੁੰਦੀ ਸੀਗੀ ਕਿ ਲੈ ਲਿਆ ਸਵਾਦ ਸਾਡੇ ਨਾਲ ਪੰਗਾ ਲੈ ਕੇ ਤੁਹਾਡੇ 2 ਪ੍ਰਾਈਮ ਮਿਨਿਸਟਰ ਖਤਮ ਹੋ ਗਏ ਸਿੱਖਾਂ ਦੇ ਨਾਲ, ਹੈ ਨਾ। ਅਤੇ ਜਿਹੜਾ ਜ਼ਬਰ ਕਰਦਾ ਨਾ ਰਣਜੋਤ ਸਿੰਘ ਜੀ, ਉਹ ਤਾਂ ਜਾਂ ਤਾਂ ਸਰਕਾਰ ਉਹਦੇ ਖਿਲਾਫ ਐਕਸ਼ਨ ਕਰਦੀ ਹੈ, ਨਹੀਂ ਤਾਂ ਲੋਕ ਆਪ ਐਕਸ਼ਨ ਕਰ ਦਿੰਦੇ ਹੈ। ਮਾਨ ਸਾਹਿਬ, ਜਿਹੜੀ ਸਿੱਖ ਫਾਰ ਜਸਟਿਸ ਵਾਲੀ ਗੱਲ ਕੀਤੀ ਆ, ਕਿ ਲੱਗਦਾ ਨਹੀਂ ਜਿਹੜੇ ਕਰਨਾਲ ਦੇ ਵਿੱਚ 4 ਨੌਜਵਾਨ ਫੜੇ ਜਾਂਦੇ ਆ ਜਿਨ੍ਹਾਂ ਦੀ ਜਿਹੜੀ ਉਮਰ ਹੈਗੀ ਆ 20 ਤੋਂ 30 ਸਾਲ ਦੀ ਹੈਗੀ ਆ, ਉਹਦੇ ਵਿੱਚ ਜਿਹੜਾ ਹਰਜਿੰਦਰ ਸਿੰਘ ਰਿੰਦਾ ਦਾ ਵੀ ਨਾਮ ਆਉਂਦਾ ਵੀ ਉਸੇ ਤੋਂ ਮਤਲਬ ਕਿ ਉਕਸੇ ਹੋਈ ਮਤਲਬ ਕਿ ਇਹਨਾਂ ਨੇ ਸਾਰਾ ਇਹ ਕੀਤਾ ਹੈਗਾ। ਮੇਰਾ ਨਹੀਂ ਖਿਆਲ ਉਹ ਪਹਾੜੇ ਦੇ ਫੌਜੀ ਬਣੇ ਹੋਣਗੇ। ਅੱਛਾ ਜੀ। ਉਹਨਾਂ ਦੇ ਦਿਲ ਦੇ ਵਿੱਚ ਵੈਸੇ ਹੀ ਰੰਜ ਹੋਊਗਾ, ਪਰ ਸਰਕਾਰ ਸਾਨੂੰ ਦੱਸ ਨਹੀਂ ਰਹੀ ਇੰਨੀ ਮਾਤਰਾ ਦੇ ਵਿੱਚ ਹੈਰੋਇਨ ਜਿਹੜੀ ਆ ਰਹੀ ਹੈ, ਅਸਲਾ ਤੇ ਬਰੂਦ ਆ ਰਿਹਾ, ਇਹ ਕਿੱਥੇ ਵਰਤਿਆ ਜਾ ਰਿਹਾ। ਅਜੇ ਤੱਕ ਤਾਂ ਵਰਤਿਆ ਤਾਂ ਗਿਆ ਨਹੀਂ, ਤੁਹਾਡੇ ਸਾਹਮਣੇ ਆ। ਤੁਸੀਂ ਤਾਂ ਜਰਨਲਿਸਟ ਹੋ, ਤੁਸੀਂ ਦੱਸੋ ਕਿ ਕਿਤੇ ਇਹ ਹਮਲਾ ਕਿਸੇ ਤੇ ਹੋਇਆ ਹੋਵੇ, ਕਿਤੇ ਬਰੂਦ ਨੂੰ ਅੱਗ ਲਾਈ ਹੋਵੇ, ਜਿਹੜੇ ਪਠਿਆ ਹੋਵੇ ਕਿਤੇ। ਇਹ ਕਈ ਵਾਰੀ ਦੇਸ਼ ਕਿਸੇ ਕੌਮ ਦੇ ਖਿਲਾਫ ਵੈਰ ਲੈਣ ਦੇ ਲਈ ਇਹੋ ਜਿਹੇ ਪੱਜ ਬਣਾਉਂਦੇ ਆ ਕਿ ਆਹ ਅਸਲਾ ਫੜਿਆ ਗਿਆ, ਆਹ ਅਸਲਾ ਫੜਿਆ ਗਿਆ। ਫਿਰ ਜਦੋਂ ਹੱਦ ਟੱਪ ਜਾਂਦੀ ਹੈ ਇਹ ਦੁਸ਼ਟ ਕੌਮ ਦੀ, ਅਤੇ ਉਸ ਕੌਮ ਦੇ ਉੱਤੇ ਇਹਨਾਂ ਨੇ ਵੈਰ ਕੱਢਣਾ ਹੁੰਦਾ, ਫਿਰ ਇੱਕਦਮ ਇਹ ਚੀਜ਼ਾਂ ਦਿਖਾ ਦਿੰਦੇ ਜੀ ਆਹ ਵੀ ਮਿਲਿਆ, ਆਹ ਵੀ ਇਹਨੇ ਕੀਤਾ, ਆਹ ਵੀ ਕੀਤਾ। ਮਾਨ ਸਾਹਿਬ, ਸਾਰੀਆਂ ਤੁਸੀਂ ਵੀ ਅਤੇ ਕਈ ਜਿਹੜੇ ਹੈਗੀਆਂ ਸਿੱਖ ਜਿਹੜੇ ਸਿੱਖਾਂ ਦੀ ਨੁਮਾਇੰਦਗੀ ਕਰਦੀਆਂ ਪਾਰਟੀਆਂ ਹੈਗੀਆਂ ਨੇ,
ਜਿਹੜੇ ਬੰਦੀ ਸਿੰਘ ਨੇ ਉਹਨਾਂ ਦੀ ਰਿਹਾਈ ਵਾਸਤੇ ਇਕੱਠੇ ਹੋ ਕੇ ਅਰਦਾਸ ਕੀਤੀ ਆ, ਇਹਦੇ ਤੋਂ ਤੁਹਾਡੀ ਕੀ ਪ੍ਰਤੀਕਿਰਿਆ ਹੈਗੀ ਹੈ ਜੀ? ਦੇਖੋ 30 ਸਾਲ ਤੋਂ ਬੰਦੀ ਸਿੱਖ ਫਸੇ ਹੋਏ ਸੀਗੇ, ਹੈਗੇ ਆ, ਹਾਂ ਤੇ ਬਰਗਾੜੀ ਵੀ ਅਸੀਂ ਮੋਰਚਾ ਲਾਇਆ ਹੋਇਆ ਸੀਗਾ। ਉਹਦੇ ਨਾਲ ਸਾਡੀ ਮੀਟਿੰਗ ਹੋਈ ਸੀ। ਮਹਾਰਾਜਾ ਪਟਿਆਲੇ ਨੇ 2 ਆਪਣੇ ਵਜ਼ੀਰ ਭੇਜੇ ਸੀਗੇ, ਰੰਧਾਵਾ ਸਾਹਿਬ ਤੇ ਬਾਜਵਾ ਸਾਹਿਬ, ਤੇ ਤੈਅ ਹੋਇਆ ਸੀਗਾ ਕਿ ਅਸੀਂ ਬੰਦੀਆਂ ਨੂੰ ਛੱਡਣਾ ਸ਼ੁਰੂ ਕਰ ਦਾਂਗੇ। ਕਈ ਬੰਦੀ ਛੁੱਟ ਗਏ ਪਰ ਸਾਰੇ ਨਹੀਂ ਛੁੱਟੇ। ਸਾਡਾ ਵਫਦ ਉਸ ਵੇਲੇ ਦੇ ਗਵਰਨਰ ਨੂੰ ਵੀ ਜਾ ਕੇ ਮਿਲਿਆ, ਉਹਨੂੰ ਕਾਨੂੰਨ ਵੀ ਦੱਸਿਆ ਕਿ ਗਵਰਨਰ ਦੀ ਪਾਵਰ ਹੈਗੀ ਹੈ ਕਿ ਕੈਦੀਆਂ ਨੂੰ ਛੱਡ ਸਕਦੇ ਹੈ। ਤੇ ਗਵਰਨਰ ਨੇ ਕਿਹਾ ਕਿ ਤੁਸੀਂ ਇਹ ਦਰਖਾਸਤ ਗੌਰਮੈਂਟ ਨੂੰ ਦਿਓ, ਗੌਰਮੈਂਟ ਮੈਨੂੰ ਦੇ ਦੇਵੇ ਤੇ ਮੈਂ ਬਿਲਕੁਲ ਆਪਣੀ ਪਾਵਰ ਵਰਤ ਕੇ ਮੈਂ ਇਹਨਾਂ ਨੂੰ ਦਊਂਗਾ ਛੱਡ। ਪਰ ਫਿਰ ਮਹਾਰਾਜਾ ਪਟਿਆਲੇ ਨੇ ਸਹੁੰ ਚੱਕੀ ਸੀ ਪਿਛਲੇ ਇਲੈਕਸ਼ਨਾਂ ਤੋਂ ਪਹਿਲਾਂ ਗੁਟਕਾ ਸਾਹਿਬ ਚੱਕ ਕੇ ਕਿ ਜਿਨ੍ਹਾਂ ਨੇ ਵੀ ਬੇਅਦਬੀ ਕੀਤੀ ਹੈ, ਬਰਗਾੜੀ ਤੇ ਫਿਰ 2 ਸਿੰਘ ਅਗਲੇ ਪਿੰਡ ਸ਼ਹੀਦ ਕਰਤੇ ਹੈ, ਕੋਟਪੂਰੇ ਗੋਲੀ ਚਲਾਈ ਹੈ, ਮੈਂ ਇਹਨਾਂ ਨੂੰ ਸਜ਼ਾਵਾਂ ਦਊਂਗਾ। ਪਰ ਕੈਪਟਨ ਅਮਰਿੰਦਰ ਸਿੰਘ ਨੇ ਆਪਣਾ ਜਿਹੜਾ ਪ੍ਰਣ ਗੁਟਕਾ ਸਾਹਿਬ ਚੱਕ ਕੇ ਕੀਤਾ ਸੀ ਉਹ ਬਿਲਕੁਲ ਭੁੱਲ ਗਿਆ। ਠੀਕ ਹੈ, ਤੇ ਫਿਰ ਰੰਧਾਵਾ ਸਾਹਿਬ ਦਾ ਤੇ ਬਾਜਵਾ ਸਾਹਿਬ ਤੇ 4 MLA ਆਏ ਸੀਗੇ। ਮੰਡ ਸਾਹਿਬ ਨੇ ਦੇਖਿਆ ਕਿ ਇਹ ਹੁਣ ਸਾਡਾ ਮੋਰਚਾ ਪੱਕ ਗਿਆ ਹੈ ਤੇ ਉਹਨਾਂ ਨੇ ਇਸ ਨੂੰ ਛੱਡਤਾ। ਤੇ ਜਦੋਂ ਛੱਡਤਾ ਤੇ ਫਿਰ ਰੌਲਾ ਬੜਾ ਸਿੱਖਾਂ ਦੇ ਵਿੱਚ ਪੈ ਗਿਆ। ਫਿਰ ਅਸੀਂ ਦੇਖਿਆ ਕਿ ਸਿੱਖ ਸੰਤੁਸ਼ਟ ਨਹੀਂ ਹੈ ਕਿ ਬੰਦੀ ਤਾਂ ਪੂਰੇ ਛੁੱਟੇ ਨਹੀਂ ਹੈ। ਫਿਰ ਅਸੀਂ ਮੋਰਚਾ ਨਵਾਂ ਲਾਤਾ ਬਰਗਾੜੀ ਵਿਖੇ। ਉਹ ਅੱਜ 320 ਦਿਨ ਹੋ ਗਏ ਆ, ਰੋਜ਼ ਜਥੇ ਜਾਂਦੇ ਆ ਗ੍ਰਿਫਤਾਰੀਆਂ ਦੇਣ ਲਈ। ਤੇ 1 ਜੂਨ ਨੂੰ ਅਸੀਂ ਬਹੁਤ ਵੱਡੀ ਫੇਰ ਕਾਨਫਰੰਸ ਕਰ ਰਹੇ ਹਾਂ ਸੈਂਟਰ ਦੀ ਸਰਕਾਰ ਨੂੰ ਦੱਸਣ ਦੇ ਲਈ ਤੇ ਪੰਜਾਬ ਦੀ ਸਰਕਾਰ ਨੂੰ ਦੱਸਣ ਦੇ ਲਈ ਕਿ ਸਾਡੇ ਬੰਦੀ ਤੁਹਾਨੂੰ ਛੱਡਣੇ ਪੈਣੇ ਹੈ। 11 ਤਰੀਕ ਨੂੰ SGPC ਦੇ ਪ੍ਰਧਾਨ ਸਾਹਿਬ ਨੇ ਮੈਨੂੰ ਸੱਦਾ ਪੱਤਰ ਭੇਜਿਆ ਸੀ ਕਿ ਬੰਦੀਆਂ ਦੇ ਲਈ ਤੁਸੀਂ ਉੱਥੇ SGPC ਦੀ ਮੀਟਿੰਗ ਦੇ ਵਿੱਚ ਪਹੁੰਚੋ। ਅਸੀਂ ਉੱਥੇ ਚਲੇ ਗਏ। ਬੰਦੀਆਂ ਦੇ ਇਸ਼ੂ ਦੇ ਉੱਤੇ ਤੇਜਾ ਸਿੰਘ ਸਮੁੰਦਰੀ ਹਾਲ 'ਚ ਉੱਥੇ ਮੈਂ ਚੇਤਾ ਕਰਾਇਆ ਸਾਰੇ ਹਾਲ ਨੂੰ, ਜਿਹਦੇ ਵਿੱਚ ਸਾਰੇ ਲੀਡਰ ਬੈਠੇ ਸੀ ਜਿਨ੍ਹਾਂ ਨੇ ਪਹਿਲਾਂ ਖਾਲਿਸਤਾਨ ਦੀ ਸਹੁੰ ਨਹੀਂ ਸੀ ਚੱਕੀ। ਉਹ ਸਾਰੇ ਉੱਥੇ ਬੈਠੇ ਸੀਗੇ। ਤੇ ਮੈਂ ਕਿਹਾ ਬੰਦੀਆਂ ਦੇ ਲਈ ਅਸੀਂ ਆਹ ਕੀਤਾ ਤੇ ਅੱਜ 300 ਤੋਂ ਜ਼ਿਆਦਾ ਦਿਨ ਹੋ ਗਏ ਆ ਅਸੀਂ ਉੱਥੇ ਮੋਰਚੇ ਦੇ ਵਿੱਚ ਬੈਠੇ ਹਾਂ। ਤੇ 1 ਤਰੀਕ ਨੂੰ ਜੂਨ ਨੂੰ ਅਸੀਂ ਵੱਡਾ ਇੱਕ ਇਕੱਠ ਕਰ ਰਹੇ ਹਾਂ। ਤੇ ਇਹੀ ਹਾਲ ਹੈ 1946 ਦੇ ਵਿੱਚ SGPC ਦੇ ਮੈਂਬਰ ਹੁੰਦੇ ਸੀ ਬਲਵੰਤ ਸਿੰਘ ਕੁੱਕੜ, ਜਲੰਧਰ ਜ਼ਿਲ੍ਹੇ ਦੇ। 1946 ਦੀ ਮੀਟਿੰਗ ਤੇਜਾ ਸਿੰਘ ਸਮੁੰਦਰੀ ਹਾਲ 'ਚ ਉਹਨਾਂ ਨੇ ਮਤਾ ਪਾਸ ਕਰਵਾਇਆ ਸੀ ਸਰਬਸੰਮਤੀ ਦਾ ਕਿ ਸਾਨੂੰ ਚਾਹੀਦਾ ਖਾਲਿਸਤਾਨ। ਤੇ ਮੈਂ ਕਿਹਾ ਕਿ ਜੇ ਉਸ ਵੇਲੇ ਅੰਗਰੇਜ਼ ਨੇ ਸਾਨੂੰ ਖਾਲਿਸਤਾਨ ਨਹੀਂ ਦਿੱਤਾ, ਹੁਣ ਅਸੀਂ ਬਾਦਲ ਸਾਹਿਬ ਦੇ ਵੀ ਦਸਤਖਤ ਕਰਾਏ ਹੋਏ ਹੈ, ਟੋੜਾ ਸਾਹਿਬ ਦੇ ਵੀ, ਤਲਵੰਡੀ ਸਾਹਿਬ ਦੇ ਵੀ, ਭਾਈ ਮਨਜੀਤ ਸਿੰਘ ਜਿਹੜਾ ਅਕਾਲ ਤਖ਼ਤ ਦੇ ਜਥੇਦਾਰ ਸੀਗੇ, ਬਰਨਾਲਾ ਸਾਹਿਬ ਦੇ ਵੀ, ਮਹਾਰਾਜਾ ਪਟਿਆਲੇ ਦੇ ਵੀ ਖਾਲਿਸਤਾਨ ਦੇ ਮੁੱਦੇ 'ਤੇ ਜਿਹੜਾ ਮਤਾ 1946 ਦੇ ਵਿੱਚ ਪਾਸ ਹੋਇਆ ਇੱਥੇ ਸਮੁੰਦਰੀ ਹਾਲ ਦੇ ਵਿੱਚ, ਅੱਜ ਉਹਦੀ ਮੈਂ ਫੇਰ ਤਈਦ ਕਰਾਉਂਦਾ ਤੁਹਾਥੋਂ। ਤੇ ਸਾਰੇ ਨੇ ਤਈਦ ਫੇਰ ਕਰਤੀ। ਤੇ ਫਿਰ 11 ਮਈ ਨੂੰ 2 ਚੀਜ਼ਾਂ ਹੋਈਆਂ। ਇੱਕ ਤਾਂ ਬੰਦੀਆਂ ਦੀ ਗੱਲ ਹੋ ਗਈ, ਇੱਕ ਖਾਲਿਸਤਾਨ ਦਾ ਮਤਾ ਫੇਰ ਦਰਾਇਆ ਗਿਆ 1946 ਦਾ। ਉਸ ਮਤੇ ਨੂੰ ਅਸੀਂ ਉਸੇ ਹਾਲ ਦੇ ਵਿੱਚ ਸੁਰਜੀਤ ਕਰਾਤਾ ਤੇ ਪ੍ਰਧਾਨ ਸਾਹਿਬ ਨੂੰ ਕਿਹਾ ਇੱਥੇ ਸੰਤ ਜਰਨੈਲ ਸਿੰਘ ਦੀ ਫੋਟੋ ਵੀ ਤੁਸੀਂ ਇਸ ਹਾਲ ਦੇ ਵਿੱਚ ਲਾਓ ਜਿਨ੍ਹਾਂ ਨੇ ਇੰਨੀ ਕੁਰਬਾਨੀ ਕੀਤੀ ਹੈ। ਇਸ ਕਰਕੇ ਮੈਂ ਗਿਆ ਬੰਦੀਆਂ ਦੇ, ਤੇ ਉੱਤੋਂ ਮੈਨੂੰ ਫਾਇਦਾ ਇਹ ਮਿਲ ਗਿਆ
ਕਿ ਜਿਹੜੇ ਲੀਡਰਾਂ ਨੇ ਖਾਲਿਸਤਾਨ ਤੱਕ ਅਜੇ ਤੱਕ ਸੌਂ ਨਹੀਂ ਸੀ ਚੱਕੀ, ਉਹਨਾਂ ਨੇ ਵੀ ਹਾਂ ਪੱਖੀ ਹੰਗਾਰਾ ਦੇਤਾ। ਮਾਨ ਸਾਹਿਬ ਤੁਸੀਂ 2 ਵਾਰ MP ਵੀ ਰਹੇ ਹੋ ਤੇ IPS ਅਫਸਰ ਵੀ ਰਹੇ ਹੋ। ਪੰਜਾਬ ਦੇ ਮਸਲਿਆਂ ਤੋਂ ਮੈਨੂੰ ਲੱਗਦਾ ਪੰਜਾਬ ਦੇ ਮਸਲਿਆਂ ਤੋਂ ਵੱਧ ਤੁਹਾਨੂੰ ਕੋਈ ਤੁਹਾਡੇ ਨਾਲੋਂ ਵੱਧ ਕਿਸੇ ਨੂੰ ਕੋਈ ਜਾਣਕਾਰੀ ਨਹੀਂ ਹੈਗੀ। ਤੁਹਾਡਾ ਕੀ ਕੰਟਰੀਬਿਊਸ਼ਨ ਰਹੀ ਆ ਪੰਜਾਬ ਦੇ ਮਸਲੇ ਹੱਲ ਕਰਾਉਣ ਵਾਸਤੇ ਹੁਣ ਤੱਕ ਦੀ? ਮੈਂ ਤਾਂ ਜੀ ਸਟਰਗਲ ਕਰਦਾ ਰਿਹਾ, ਜਦੋਜਹਿਦ ਕਰਦਾ ਰਿਹਾ, ਹੋਰ ਮੈਂ ਕੀ ਕੀਤਾ ਹੈਗਾ। ਫਿਰ ਖਾਲਿਸਤਾਨ ਸੁਪਰੀਮ ਕੋਰਟ ਤੇ ਹਾਈ ਕੋਰਟ ਤੋਂ ਜਾਇਜ਼ ਠਹਿਰਾਤਾ ਕਿ ਅਸੀਂ ਕਾਨਫਰੰਸ ਕਰ ਸਕਦੇ ਹਾਂ, ਅਸੀਂ ਗੱਲ ਕਰ ਸਕਦੇ ਹਾਂ, ਅਸੀਂ ਅਮਨ ਪਸੰਦ ਤਰੀਕੇ ਦੇ ਨਾਲ ਮੀਟਿੰਗਾਂ ਕਰ ਸਕਦੇ ਹਾਂ। ਤੇ ਇਹ ਤਾਂ ਬਹੁਤ ਵੱਡੀ ਚੀਜ਼ ਹੈ। ਜਿੱਥੇ ਇਹ ਸੰਤ ਜਰਨੈਲ ਸਿੰਘ ਭਿੰਡਰਾਂਵਾਲਾ ਦਾ ਪੋਸਟਰ ਨਹੀਂ ਸੀ ਲੱਗਣ ਦਿੰਦੇ, ਅੱਜ ਥਾਂ ਥਾਂ ਸੰਤ ਜਰਨੈਲ ਸਿੰਘ ਦੇ ਪੋਸਟਰ ਲੱਗੇ ਹੋਏ ਹੈ। ਖਾਲਿਸਤਾਨ ਦੀ ਗੱਲ ਖੁੱਲ੍ਹੀ ਹੋ ਰਹੀ ਹੈ। ਖਾਲਿਸਤਾਨ ਦੀ ਗੱਲ 11 ਮਈ ਨੂੰ ਮੈਂ ਤੇਜਾ ਸਿੰਘ ਸਮੁੰਦਰੀ ਹਾਲ ਦੇ ਵਿੱਚ ਕੀਤੀ। ਸਾਰੇ ਸਿੱਖਾਂ ਨੇ ਉੱਥੇ ਹੰਗਾਰਾ ਭਰਿਆ ਤੇ ਐਕਸ਼ਨ ਤਾਂ ਹੋਇਆ ਹੀ ਨਹੀਂ, ਕਿਉਂ ਕਰਕੇ ਖਾਲਿਸਤਾਨ ਦੀ ਅਸੀਂ ਇਜਾਜ਼ਤ ਦੇਤੀ ਹੈ। ਮਾਨ ਸਾਹਿਬ ਤੁਹਾਡੀ ਬਹੁਤ ਵੱਡੀ ਇਹ ਮਤਲਬ ਕਿ ਅਚੀਵਮੈਂਟ ਹੈਗੀ ਆ। ਪਹਿਲਾਂ ਤਾਂ ਜਿਹੜਾ ਕੋਈ ਖਾਲਿਸਤਾਨ ਦਾ ਨਾਂ ਵੀ ਲੈਂਦਾ ਸੀਗਾ ਉਹ ਤੇ ਕੇਸ ਰਜਿਸਟਰਡ ਕਰ ਦਿੰਦੇ ਸੀ ਜਾਂ ਉਹਨੂੰ ਪੁਲਿਸ ਰਾਤ ਮੁਕਾ ਲੈਂਦੀ ਸੀ। ਹੁਣ ਤਾਂ ਖਾਲਿਸਤਾਨ ਦੀ ਗੱਲ ਵੀ ਹੁੰਦੀ ਹੈ ਤੇ ਸੰਤਾਂ ਦੇ ਜਿਹੜੇ ਪੋਸਟਰ ਵੀ ਲੱਗਦੇ। ਹਾਂਜੀ ਮਾਨ ਸਾਹਿਬ ਜਿਹੜੀ ਚਲੋ ਖੈਰ ਮੈਂ ਤਾਂ ਨਹੀਂ ਅੰਮ੍ਰਿਤ ਛਕਿਆ ਹੈਗਾ, ਆਪਣੇ ਕੋਲ ਤਾਂ ਜਿਹੜੀ ਲਾਇਸੈਂਸ ਜਿਹੜੀ ਸ੍ਰੀ ਸਾਹਿਬ ਚਾਹੇ ਵੱਡੀ ਆ ਚਾਹੇ ਛੋਟੀ ਆ ਉਹਦਾ ਵੀ ਨਹੀਂ ਹੈਗਾ। ਤੁਹਾਨੂੰ ਬਹੁਤ ਵੱਡਾ ਮਤਲਬ ਕਿ ਸੰਤਾਪ ਹੰਢਾਉਣਾ ਪਿਆ ਤੁਹਾਨੂੰ ਜਦੋਂ ਤੁਸੀਂ ਪਹਿਲੀ ਵਾਰ ਜਿੱਤ ਕੇ ਗਿਆ, ਤੁਹਾਨੂੰ ਤੁਸੀਂ ਸ੍ਰੀ ਸਾਹਿਬ ਅੰਦਰ ਲਿਜਾਣੀ ਚਾਹੀ ਤਾਂ ਤੁਹਾਨੂੰ ਉੱਥੇ ਨਹੀਂ ਲਿਜਾਣ ਦਿੱਤੀ, ਜਾਂ ਫਿਰ ਏਅਰਪੋਰਟ ਤੇ ਜਾਂ ਫਿਰ ਮੈਟਰੋ ਦੇ ਵਿੱਚ ਵੀ ਜਿਹੜੇ ਸ੍ਰੀ ਸਾਹਿਬ ਪਾਈ ਹੁੰਦੀ ਆ ਉਹਨਾਂ ਨੂੰ ਮਤਲਬ ਕਿ ਨਹੀਂ ਵੜਨ ਦਿੱਤਾ ਜਾਂਦਾ। ਤੇ ਫਿਰ ਇਹ ਮਤਲਬ ਕਿ ਕਿਹੜੇ ਹਥਿਆਰਾਂ ਦੀ ਗੱਲ ਕਰਦੇ ਨੇ ਭਾਈ ਹਰਪ੍ਰੀਤ ਸਿੰਘ ਹੋਰੀ? ਜਿਹੜਾ ਸਾਡਾ ਧਰਮ ਦੀ ਨੀਂਹ ਇਹ ਲਾਈ ਹੈ ਗੁਰੂ ਨਾਨਕ ਸਾਹਿਬ ਨੇ, ਦੂਜੀ ਪਾਤਸ਼ਾਹੀ ਗੁਰੂ ਅੰਗਦ ਸਾਹਿਬ ਹੋਏ ਹੈ। ਉਹਨਾਂ ਦੀ ਸੋਚ ਸੀਗੀ ਕਿ ਧਰਮ ਨੂੰ ਬਚਾਇਆ ਨਹੀਂ ਜਾ ਸਕਦਾ, ਅਸੀਂ ਭਗਤ ਵੀ ਬਣ ਸਕਦੇ ਹਾਂ, ਸਾਧ ਵੀ ਬਣ ਸਕਦੇ ਹਾਂ, ਪਰ ਸਰੀਰਕ ਤੌਰ ਦੇ ਉੱਤੇ ਜੇ ਸਾਡੀ ਸਰੀਰ ਤਕੜਾ ਨਹੀਂ ਤੇ ਧਰਮ ਦੀ ਰੱਖਿਆ ਕਿਵੇਂ ਕਰਾਂਗੇ? ਠੀਕ। ਫਿਰ ਉਹਨਾਂ ਨੇ ਖਾੜੇ ਖੋਲ੍ਹਤੇ ਕਿ ਸਿੱਖ ਇੱਥੇ ਭਲਵਾਨੀ ਕਰਿਆ ਕਰਨ, ਇਹਨਾਂ ਦਾ ਸਰੀਰ ਤਕੜਾ ਹੋਵੇ, ਜਿਹੜਾ ਇਹਨਾਂ ਦੇ ਵਿੱਚ ਵਾਹਿਗੁਰੂ ਨੇ ਵਸਣਾ ਹੈ ਉਸ ਨੂੰ ਇਹ ਤਕੜੇ ਹੋ ਕੇ ਦਲੇਰੀ ਦੇ ਨਾਲ ਉਸ ਦਾ ਭਜਨ ਕਰ ਸਕਣ। ਫਿਰ 6ਵੇਂ ਪਾਤਸ਼ਾਹ ਨੇ ਉਸ ਜ਼ਮਾਨੇ ਦੇ ਵਿੱਚ ਕੋਈ ਵੀ ਗੈਰ ਮੁਸਲਮਾਨ ਕਿਰਪਾਨ ਨਹੀਂ ਸੀ ਚੱਕ ਸਕਦਾ, ਕਲਗੀ ਨਹੀਂ ਸੀ ਪਹਿਨ ਸਕਦਾ, ਸ਼ਿਕਾਰ ਖੇਡਣ ਨੂੰ ਬਾਜ਼ ਨਹੀਂ ਸੀ ਰੱਖ ਸਕਦਾ, ਘੋੜੇ ਦੀ ਸਵਾਰੀ ਨਹੀਂ ਸੀ ਕਰ ਸਕਦਾ। ਇਹ ਸਾਰੀਆਂ ਚੀਜ਼ਾਂ ਰਾਜ ਭਾਗ ਦੀਆਂ 6ਵੇਂ ਪਾਤਸ਼ਾਹ ਨੇ ਸਾਨੂੰ ਦੇਤੀਆਂ। ਇਹ ਕੰਮ ਚੱਲਦਾ ਰਿਹਾ। ਫਿਰ ਸਾਰੇ ਗੁਰੂਆਂ ਦੇ ਕੋਲੇ ਫੌਜ ਹੁੰਦੀ ਗਈ, ਠੀਕ ਹੈ। ਤੇ 10ਵੇਂ ਪਾਤਸ਼ਾਹ ਨੇ ਕਿਹਾ ਸ਼ਸਤਰੋਂ ਕੇ ਅਧੀਨ ਹੈ ਰਾਜ। ਹੁਣ ਜਦੋਂ ਕੋਈ ਵੀ ਤਖਤ ਤੇ ਤੁਸੀਂ ਚਲੇ ਜਾਂਦੇ ਹੋ, ਬੇਸ਼ੱਕ ਅਨੰਦਪੁਰ ਸਾਹਿਬ ਚਲੇ ਜਾਓ, ਤਖਤ ਸ੍ਰੀ ਦਰਬਾਰ ਸਾਹਿਬ ਚਲੇ ਜਾਓ, ਉੱਥੇ ਚਲੇ ਜਾਓ ਹਜ਼ੂਰ ਸਾਹਿਬ, ਪਟਨਾ ਸਾਹਿਬ, ਤੁਸੀਂ ਜਦੋਂ ਤਖਤ ਸਾਹਿਬ ਤੇ ਮੱਥਾ ਟੇਕੋਗੇ ਤੁਸੀਂ ਮੱਥਾ ਟੇਕੋਗੇ ਸ਼ਸਤਰਾਂ ਨੂੰ, ਤੇ ਗੁਰੂ ਗ੍ਰੰਥ ਸਾਹਿਬ ਜਿਵੇਂ ਤੁਸੀਂ ਇੰਨੀ ਦੂਰ ਬੈਠੇ ਹੋ ਉੱਥੇ ਬਿਰਾਜਣਗੇ। ਸੋ ਸ਼ਸਤਰਾਂ ਨੂੰ ਅਸੀਂ ਇਹ ਨਮਸਕਾਰ ਕਰਦੇ ਹਾਂ ਕਿ ਇਹਦੇ ਨਾਲ ਸਾਡਾ ਧਰਮ ਦੀ ਸੁਰੱਖਿਆ ਹੋਵੇ। ਇਸ ਕਰਕੇ ਸ਼ਾਇਦ ਭਾਈ ਹਰਪ੍ਰੀਤ ਸਿੰਘ ਨੇ ਕਿਹਾ ਕਿ ਸਾਰੇ ਸਿੱਖਾਂ ਨੂੰ ਲਾਇਸੈਂਸੀ ਹਥਿਆਰ ਰੱਖਣੇ ਚਾਹੀਦੇ ਹੈ, ਜਿਹੜੀ ਕਿ ਗੁਰਮਰਿਆਦਾ ਦੇ ਮੁਤਾਬਕ ਬਿਲਕੁਲ ਠੀਕ ਹੈ। ਮਾਨ ਸਾਹਿਬ ਇੱਕ ਲਾਸਟ ਕੁਐਸਚਨ ਆ, ਤੁਸੀਂ ਲਗਾਤਾਰ ਸਿੱਖਾਂ ਦੀ ਜਿਹੜੀ ਆਵਾਜ਼ ਚੱਕਦੇ ਆ ਰਹੇ ਹੋ ਤੇ ਤੁਹਾਨੂੰ ਕਾਫੀ ਮਤਲਬ ਕਿ ਮੈਂ ਤਾਂ ਕਹੂੰਗਾ ਵੀ ਤੁਹਾਨੂੰ ਕਾਫੀ ਜ਼ਿਆਦਾ ਮਾਨਸਿਕ ਤੌਰ ਤੇ ਵੀ ਸਰੀਰਕ ਤੌਰ ਤੇ ਵੀ ਜਿਹੜੇ ਹੈਗੇ ਨੇ ਤਸੀਹੇ ਝੱਲਣੇ ਪਏ ਨੇ। ਇਹ ਦੱਸਿਓ ਵੀ ਹੁਣ ਤੱਕ ਜਿਹੜੇ ਕਿੰਨੇ ਤੁਹਾਡੇ ਤੇ ਜਿਹੜੇ ਕੇਸ ਰਜਿਸਟਰ ਹੋਏ ਸੀਗੇ, ਅੱਜ ਉਹਨਾਂ ਦੀ ਉਹ ਕਿੱਥੇ ਖੜੇ ਨੇ ਜੀ, ਕੀ ਪੋਜੀਸ਼ਨ ਆ? ਕਿਉਂਕਿ ਮੈਂ ਤਾਂ ਆਪ ਇੱਥੇ ਖੁਦ ਕਵਰ ਕੀਤਾ ਹੈਗਾ, ਮੈਂ ਇੱਥੇ ਦੇਖਿਆ ਵੀ ਤੁਹਾਡੇ ਤਾਂ ਜਿਹੜਾ ਪੁਲਿਸ ਨੇ
ਇੱਥੇ ਕਿਸ ਤਰੀਕੇ ਨਾਲ ਤੁਹਾਡੇ ਘਰ ਦੇ ਉੱਤੇ ਹਮਲਾ ਕੀਤਾ ਸੀਗਾ, ਜਾਂ ਤੁਸੀਂ ਜੇ ਆਪਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਸ਼ਵ ਯੂਨੀਵਰਸਿਟੀ ਦੀ ਗੱਲ ਕੀਤੀ ਜਾਵੇ, ਅੱਜ ਵੀ ਲੋਕਾਂ ਨੇ ਜਿਹੜੀਆਂ ਹੈਗੀਆਂ ਨੇ ਉਹ ਕਲਿੱਪ ਸਾਂਭ ਕੇ ਰੱਖੇ ਹੋਏ ਜਦੋਂ ਤੁਸੀਂ ਗੇਟ ਦੇ ਅੰਦਰ ਵੜਦੇ ਹੋ, ਕੀ ਪੋਜੀਸ਼ਨ ਆ ਜੀ ਉਹ ਕੇਸਾਂ ਦੀ, ਕਿੰਨੇ ਕੁ ਨਿਬੜ ਗਏ ਤੇ ਕਿੰਨੇ ਕੁ ਰਹਿ ਗਏ ਜੀ? ਕੋਈ 72 73 75 ਕੇਸ ਸੀਗੇ ਮੇਰਾ ਖਿਆਲ। ਹਾਂ, ਉਹਦੇ 'ਚ ਆਪਾਂ ਸਾਰਿਆਂ 'ਚ ਰਿਹਾ ਹੋ ਗਏ ਹੈ, ਬਰੀ ਹੋ ਗਏ। ਅੱਛਾ ਜੀ, ਬਰੀ ਹੋ ਗਏ, ਕੋਈ ਕੇਸ ਨਹੀਂ ਹੈ ਹੁਣ। ਮਤਲਬ ਤੁਹਾਨੂੰ ਉਲਝਾਉਣ ਵਾਸਤੇ ਹੀ ਕੀਤੇ ਫਿਰ ਤੇ ਤੋਂ? ਹੋਰ ਕੀ ਕੀਤਾ ਮੈਨੂੰ? ਹੋਰ ਹਾਂ, ਇਹਦਾ ਮੈਨੂੰ ਮੁਆਵਜ਼ਾ ਤਾਂ ਮਿਲਣਾ ਚਾਹੀਦਾ। ਇਹਨਾਂ ਨੂੰ ਕਹੋ ਹਿੰਦੂਤਵਾ ਨੂੰ ਕਿ ਇੰਨੇ ਮੇਰੇ ਤੇ ਕੇਸ ਕੀਤੇ ਹੈ ਤੇ ਤੁਹਾਡਾ ਇੱਕ ਵੀ ਸਿਖਰ ਨਹੀਂ ਚੜ੍ਹਿਆ, ਹਾਂ, ਤੇ ਕੋਈ ਨਾ ਕੋਈ ਤਾਂ ਤੁਹਾਡੀ ਸੋਚ ਹੋਣੀ ਹੈ ਕਿ ਸਿੱਖਾਂ ਨਾਲ ਪੰਗਾ ਲੈਣਾ ਜ਼ਰੂਰੀ ਹੈ। ਹਾਂ, ਹੈ ਹੁਣ ਫੇਰ BSF ਅੰਦਰ ਲਾਤੀ ਹੈ। ਹਾਂ, ਅਸੀਂ BSF ਨੂੰ ਕੀ ਜਾਣਦੇ ਆ? ਤੁਸੀਂ ਯੂਕਰੇਨ ਲੜ ਰਿਹਾ ਰੂਸ ਦੇ ਨਾਲ, ਤੁਸੀਂ ਚੀਨ 2022 ਦੇ ਵਿੱਚ ਫੇਰ ਤੁਹਾਡਾ ਲਦਾਖ ਦਾ ਫਤਿਹ ਕਰਕੇ ਲੈ ਗਈ ਇਲਾਕਾ, ਤੇ ਤੁਸੀਂ ਉੱਥੇ ਕਾਹਦੇ ਲਈ ਬੈਠੇ ਹੋ? ਇਹ ਹੈ ਤੁਹਾਡੇ 'ਚ ਕੋਈ ਸ਼ਰਮ ਹੈਗੀ ਹੈ? ਤੁਹਾਡੇ 'ਚ ਕੋਈ ਆਪਣੇ ਮੁਲਕ ਦੇ ਲਈ ਕਦਰ ਹੈਗੀ ਹੈ, ਅਣਖ ਹੈ? ਤੁਸੀਂ ਤਾਂ ਜਿਵੇਂ ਹਲਵਾਈ ਮੋਟਾ ਢਿੱਡ ਕੱਢ ਕੇ ਬੈਠਾ ਹੁੰਦਾ ਜਲੇਬੀਆਂ ਕੱਢਦਾ, ਉਸ ਤਰ੍ਹਾਂ ਬੈਠੇ ਹੋ RSS ਵਾਲੇ। ਜੇ ਮੇਰਾ ਰਾਜ ਆ ਜਾਜੇ ਨਾ, ਇਹ ਸਾਰੇ RSS ਬੰਦਿਆਂ ਨੂੰ ਮੈਂ ਨਿੱਕਰਾਂ ਪਵਾ ਕੇ 3 ਮਹੀਨਿਆਂ ਦੀ ਟ੍ਰੇਨਿੰਗ ਦੇ ਕੇ ਸਾਰਿਆਂ ਨੂੰ LAC ਲਦਾਖ ਤੇ ਪਾਕਿਸਤਾਨ ਦੀ ਲਾਈਨ ਤੇ ਭੇਜਦਾ। ਇਹ ਪਿੱਛੇ ਸੇਵਾ ਕਰਨਗੇ ਫੌਜ ਦੀ। ਜਿਹੜੇ ਪਾਸੇ ਫੌਜ ਦਾ ਰਾਸ਼ਨ ਨਾ ਪਹੁੰਚੇ, ਇਹਨਾਂ ਤੋਂ ਮੈਂ ਉਹਨਾਂ ਨੂੰ ਰਾਸ਼ਨ ਪਹੁੰਚਵਾਊਂਗਾ। ਤੇ ਜੇ ਇਹ ਫੱਟੜ ਹੋ ਜਾਣ, ਰੈੱਡ ਕਰਾਸ ਦੇ ਕੈਂਪ ਹੋਣਗੇ, ਇਹਨਾਂ ਦੀ ਪੱਟੀ ਮਲਮ ਸਾਰੀ ਕਰਾਊਂਗਾ। ਪਰ ਇਹਨਾਂ ਨੂੰ ਵਾਪਸ ਨਹੀਂ ਆਉਣ ਦੇਣਾ ਜਿੰਨਾ ਚਿਰ ਇਹ ਲਾਸਟ ਇੰਚ ਲਦਾਖ ਦੀ ਫਤਿਹ ਨਹੀਂ ਹੁੰਦੀ। ਮਾਨ ਸਾਹਿਬ, ਜਿਹੜੇ ਤੁਹਾਡੇ ਤੁਸੀਂ ਦੱਸਿਆ 70 75 ਕੇਸ ਤੁਹਾਡੇ ਤੇ ਰਜਿਸਟਰਡ ਹੋਏ ਸੀਗੇ, ਉਹ ਮਤਲਬ ਕਿ ਇੱਥੇ ਅਕਾਲੀ ਤੇ ਕਾਂਗਰਸੀ ਰਹੇ ਨੇ ਜ਼ਿਆਦਾ ਕੇਸ, ਮਤਲਬ ਕਿ ਕਿਹੜੀ ਸਰਕਾਰ ਵੇਲੇ ਹੋਏ ਨੇ? ਇਹ ਸਾਰੇ ਨੇ ਕਸਰ ਨਹੀਂ ਜੀ ਛੱਡੀ ਹੈ। ਅੱਛਾ ਜੀ, ਹਾਂ, ਕਿਸੇ ਨੇ ਨਹੀਂ ਕਸਰ। ਮਤਲਬ ਸਿਮਰਜੀਤ ਸਿੰਘ ਮਾਨ ਨੂੰ ਦਬਾਉਣ ਦੀ ਕਸਰ ਨਹੀਂ ਛੱਡੀ? ਹਾਂ, ਨਹੀਂ ਛੱਡੀ ਨਹੀਂ। ਅੱਛਾ ਜੀ, ਕਿਸੇ ਨੇ ਨਹੀਂ ਛੱਡੀ ਹੈ, ਅਡਵਾਨੀ ਨੇ ਨਹੀਂ ਛੱਡੀ। ਹੁਣ ਇੱਕ ਦਿੱਲੀ ਦੇ ਕੇਸ ਟਾੜਾ ਦੇ ਵਿੱਚ ਜੱਜ ਨੇ ਮੇਰਾ ਕੇਸ ਡਿਸਮਿਸ ਕਰਤਾ, ਕਿਉਂ ਕਰਕੇ ਗਵਾਹ ਨਹੀਂ ਸੀ ਪੇਸ਼ ਹੋ ਰਹੇ। ਪਰ LK ਅਡਵਾਨੀ ਉਸ ਵੇਲੇ ਸੈਂਟਰ ਦਾ ਹੋਮ ਮਿਨਿਸਟਰ ਸੀ। ਇਹਨੇ ਪਤਾ ਕੀ ਕੀਤਾ? ਇੱਕ ਜੱਜ ਸੁਪਰੀਮ ਕੋਰਟ ਦਾ, ਸਾਡਾ ਪੁਰਾਣਾ ਚੀਫ ਮਿਨਿਸਟਰ ਰਿਹਾ ਇਹ ਪੈਪਸੂ ਦਾ, ਕੀ ਹੈ ਨਾਂ ਉਹਦਾ, ਬਾਣੀਆ ਸੀਗਾ, ਹਾਂ ਹਾਂ ਬ੍ਰਿਸ਼ਭਾਨ। ਬ੍ਰਿਸ਼ਭਾਨ ਦਾ ਮੁੰਡਾ ਸੁਪਰੀਮ ਕੋਰਟ ਦਾ ਜੱਜ ਸੀਗਾ, ਭਾਨ। ਉਹ ਸਿਵਲ ਬੈਂਚ ਦੇ ਉੱਤੇ ਲੱਗਿਆ ਹੋਇਆ ਸੀਗਾ। ਹੈ ਅਡਵਾਨੀ ਨੇ ਉਸ ਨੂੰ ਕ੍ਰਿਮੀਨਲ ਬੈਂਚ ਤੇ ਸੁਪਰੀਮ ਕੋਰਟ ਤਬਾਦਲਾ ਕਰਾ ਕੇ ਮੇਰਾ ਕੇਸ ਲਗਾ ਕੇ ਫੇਰ ਕਹਿਤਾ ਕਿ ਇਹ ਕੇਸ ਚੱਲੂਗਾ। ਦੱਸੋ ਹੁਣ ਐਡੀ ਵੱਡੀ ਇਹਨਾਂ ਦੀ ਮੇਰੇ ਨਾਲ ਦੁਸ਼ਮਣੀ ਹੈ ਕਿ ਬ੍ਰਿਸ਼ਭਾਨ ਦਾ ਮੁੰਡਾ ਉਹ ਆਪਣਾ ਸਿਵਲ ਸਾਈਡ ਛੱਡ ਕੇ ਕ੍ਰਿਮੀਨਲ ਕੇਸ ਕਰਨ ਲਈ ਤਿਆਰ ਹੋ ਗਿਆ ਤੇ ਮੈਨੂੰ ਕਹਿਤਾ ਕਿ ਇਹ ਕੇਸ ਚੱਲੂ। ਫਿਰ ਲਖਣਪਾਲ ਜੀ ਸੀਗੇ ਸਾਡੇ, ਸੋਢੀ ਸਾਹਿਬ ਸੀਗੇ, ਹੋਰ ਸੀਗੇ ਸਾਡੇ ਵਕੀਲ, ਉਹਨਾਂ ਨੇ ਬਹੁਤ ਤਕੜੀ ਵਕਾਲਤ ਕੀਤੀ ਤੇ ਮੈਨੂੰ ਰਿਹਾ ਕਰਾਇਆ, ਨਹੀਂ ਤਾਂ ਇਹ ਛੱਡਣਾ ਨਹੀਂ ਸੀ ਚਾਹੁੰਦੇ ਮੈਨੂੰ। ਹਾਂ ਮਾਨ ਸਾਹਿਬ, ਕੱਲ ਜਿਹੜੀ ਸੰਗਤ ਨੇ ਹੈਗੀ ਆ, ਪਾਰਟੀ ਨੇ ਫੈਸਲਾ ਸੁਣਾਇਆ ਹੈਗਾ ਵੀ ਸੰਗਰੂਰ ਤੋਂ ਜਿਹੜੀ ਹੈਗੀ ਆ ਜਿਮਨੀ ਚੋੜ ਸਰਦਾਰ ਸਿਮਰਜੀਤ ਸਿੰਘ ਮਾਨ ਉਹ ਲੜਨਗੇ। ਕਿੱਦਾਂ ਦੀ ਤਿਆਰੀ ਆ, ਕੀ ਰਣਨੀਤੀ ਬਣਾਈ ਜਾਏਗੀ? ਅਜੇ ਤਾਂ ਨਹੀਂ ਦਿੱਤੀ, ਪਰ ਸਿਰ ਤਾਂ ਦੇਣਾ ਪਊਗਾ। ਹਾਂਜੀ, ਪਾਰਟੀ ਦੇ ਹੁਕਮ ਨਾਲ ਹਾਂ ਸਿਰ ਤਾਂ ਦੇਣਾ ਪਊਗਾ। ਤਿਆਰੀ ਵੀ ਹੋ ਜੂਗੀ। ਤਿਆਰੀ ਤਾਂ ਫਿਰ ਹੁਣ ਤੋਂ ਲੱਗ ਮਰ ਕਰੇ ਦਿੱਤੀ। ਹਾਂ, ਜੇ ਕਾਤਲ ਤਿਆਰ ਹੋ ਜਾਣਗੇ ਸਿਰ ਲੈਣ ਨੂੰ, ਫਿਰ ਦੇਣਾ ਹੀ ਪੈਣਾ ਸਿਰ। ਸਿੱਖ ਮਸਲਿਆਂ ਤੇ ਇਲੈਕਸ਼ਨ ਲੜੀ ਜਾਊਗੀ। ਹੋਰ ਕੋਈ ਮਸਲਾ ਹੈ ਹੀ ਨਹੀਂ। ਦੇਖੋ ਕਿੰਨਾ ਜ਼ਬਰ ਹੋ ਰਿਹਾ ਸਿੱਖਾਂ ਦੇ ਉੱਤੇ ਦਿਨ ਬ ਦਿਨ। ਇਹ
1000 CRP ਦੀ ਫੌਜ 6 ਤਰੀਕ ਤੋਂ ਪਹਿਲਾਂ ਮੰਗਾ ਲਈ ਹੈ ਤੇ BSF ਦੀ ਇਹ ਹਦੂਦ ਵਧਾਤੀ ਹੈ ਤੇ ਸਿੱਖਾਂ ਦੇ ਮਸਲੇ ਹੱਲ ਨਹੀਂ ਕੀਤੇ। ਜ਼ਿਮੀਂਦਾਰਾਂ ਦੇ 700 ਕਿਸਾਨ ਮਾਰੇ ਗਏ ਹੈ, ਉਹਦੇ ਬਾਰੇ ਕੋਈ ਸੂ ਪਤਾ ਨਹੀਂ ਲਾਇਆ। ਫਿਰ ਮੇਰਾ ਮਤਲਬ ਜੇ ਸਾਡੇ ਭਰਾਵਾਂ ਨੂੰ ਇਸ ਤਰ੍ਹਾਂ ਮਾਰ ਦੇਣਾ ਹੈ ਤੇ ਉਹਨਾਂ ਦਾ ਮੁਆਵਜ਼ਾ ਨਹੀਂ ਦੇਣਾ, ਧਰਮੀ ਫੌਜੀਆਂ ਦੇ ਲਈ ਅਜੇ ਤੱਕ ਕੁਛ ਨਹੀਂ ਕੀਤਾ। ਤੁਸੀਂ ਸਾਰੇ ਪਾਸੇ ਇਨਕੁਆਇਰੀਆਂ ਕਰਕੇ ਆਏ ਹੋ ਇਸ TV ਦੇ ਉੱਤੇ। ਜਿਹੜੇ ਸਿੱਖ ਦਰਬਾਰ ਸਾਹਿਬ ਦੇ ਵਿੱਚ ਸ਼ਹੀਦ ਹੋ ਗਏ ਉਹਨਾਂ ਦੇ ਪਰਿਵਾਰਾਂ ਦੇ ਲਈ ਕੋਈ ਚੀਜ਼ ਨਾ SGPC ਨੇ ਕੀਤੀ ਹੈ ਨਾ ਹਕੂਮਤ ਨੇ ਕੀਤੀ ਹੈ। ਤੇ ਫਿਰ 11 ਸਾਲ ਤੋਂ ਸਾਡੀ SGPC ਜਿਹੜੀ ਪਾਰਲੀਮੈਂਟ ਹੈ ਉਹਦੇ ਇਲੈਕਸ਼ਨ ਵੀ ਨਹੀਂ ਹੋ ਰਹੇ। 328 ਮਹਾਰਾਜ ਦੇ ਸਰੂਪ SGPC ਨੇ ਵੇਚਤੇ ਹੈ, ਕੀ ਕਰਤੇ ਹੈ। ਬਰਗਾੜੀ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਸਾਧ ਦੇ ਬੰਦਿਆਂ ਤੋਂ ਬੇਇੱਜ਼ਤੀ ਕਰਾਈ ਹੈ, ਸਮੇਤ ਸੈਣੀ ਤੋਂ 2 ਸਿੰਘ ਮਰਵਾਤੇ ਹੈ। ਤਾਂ ਮੇਰਾ ਮਤਲਬ ਹੈ ਕਿ ਇਹ ਸਿੱਖ ਤਾਂ 1947 ਤੋਂ ਬਾਅਦ ਅਸੀਂ ਸੁੱਖ ਦਾ ਸਾਹ ਲੈ ਹੀ ਨਹੀਂ ਸਕੇ। ਤੇ 43 ਸਿੱਖ ਫੌਜ ਨੇ ਸੰਨ 2000 'ਚ ਕਸ਼ਮੀਰ ਦੇ ਵਿੱਚ ਮਾਰਤੇ ਸੀਗੇ ਬੇਗਣਾ, ਜਦੋਂ ਪ੍ਰੈਜ਼ੀਡੈਂਟ ਕਲਿੰਟਨ ਆਏ ਆਪਣੇ ਦੌਰੇ ਤੇ। ਤੇ ਅਜੇ ਤੱਕ ਫੌਜ ਦਾ ਕੋਈ ਵੀ ਬੰਦਾ ਫੜਿਆ ਨਹੀਂ ਗਿਆ, ਜਦ ਕਿ ਇਹ ਸਾਫ਼ ਹੋ ਗਿਆ ਕਿ ਇਹ ਕਸ਼ਮੀਰੀ ਮੁਸਲਮਾਨਾਂ ਨੇ ਨਹੀਂ ਮਾਰੇ, ਇਹ ਮਾਰੇ ਫੌਜ ਨੇ। ਮਾਨ ਸਾਹਿਬ ਇੱਕ ਲਾਸਟ ਕੁਐਸਚਨ ਜਾਂਦੇ ਜਾਂਦੇ ਦੀਪ ਸਿੱਧੂ ਜੀ ਦੀ ਗੱਲ ਕਰੀਏ ਆਪਾਂ। ਦੀਪ ਸਿੱਧੂ ਇੱਕ ਮਤਲਬ ਨੌਜਵਾਨਾਂ ਵਾਸਤੇ ਇੱਕ ਮਾਰਗਦਰਸ਼ਕ ਬਣਿਆ ਸੀਗਾ, ਬਹੁਤ ਸਾਰੇ ਨੌਜਵਾਨਾਂ ਦੇ ਸੋਚ ਨਾਲ ਜੁੜੇ ਸੀਗੇ। ਉਦੋਂ ਬਾਅਦ ਇੱਕ ਐਕਸੀਡੈਂਟ ਦੇ ਵਿੱਚ ਉਹਨਾਂ ਦੀ ਮੌਤ ਦਰਜ ਖਾਈ ਗਈ ਆ। ਕੀ ਲੱਗਦਾ ਤੁਹਾਨੂੰ ਵੀ ਕਿਤੇ ਨਾ ਕਿਤੇ ਇਹ ਪੋਲੀਟੀਕਲ ਮਰਡਰ ਹੈਗਾ ਜੀ? ਰਣਜੋਤ ਸਿੰਘ ਜੀ, ਉਹਦਾ ਇਹ ਕਤਲ ਕੀਤਾ ਗਿਆ ਇਹ ਬੜੇ ਭਿਆਨਕ ਤਰੀਕੇ ਦੇ ਨਾਲ। ਕਿਉਂ ਕਰਕੇ ਇੱਕ ਤੁਹਾਡਾ ਜਰਨਲਿਸਟ ਸੀਗਾ ਇਹ ਭਗਤ, ਉਹ ਵਲੈਤ ਦਾ ਪੜ੍ਹਿਆ ਹੋਇਆ ਸੀਗਾ ਤੇ ਬੜਾ ਇਹ ਵੱਡਾ ਜਰਨਲਿਸਟ ਸੀਗਾ ਆਕਸਫੋਰਡ ਯੂਨੀਵਰਸਿਟੀ ਦਾ, ਧਿਰਨ ਭਗਤ। ਉਸ ਨੇ ਇਨਕੁਆਇਰੀ ਕਰਕੇ ਇਹ ਪ੍ਰਕਾਸ਼ ਕਰਤਾ ਕਿ ਜਦੋਂ ਸਿੱਖਾਂ ਦਾ ਜੰਗ ਜੋਬਨ 'ਤੇ ਸੀਗਾ ਉਦੋਂ ਚਿਦੰਬਰਮ ਰਾਜੀਵ ਗਾਂਧੀ ਦਾ ਸਿਕਿਉਰਿਟੀ ਵਜ਼ੀਰ ਸੀਗਾ। ਤੇ ਸਿਕਿਉਰਿਟੀ ਵਜ਼ੀਰ ਹੋਣ ਦੇ ਨਾਤੇ ਉਹਨੇ ਸੋਵੀਅਤ ਯੂਨੀਅਨ ਤੋਂ, ਜਿਹਦਾ ਕਬਜ਼ਾ ਅਫਗਾਨਿਸਤਾਨ 'ਤੇ ਸੀਗੇ, ਹਵਾਈ ਜਹਾਜ਼ ਭਰ ਭਰ ਕੇ ਉੱਥੇ ਅਸਲਾ ਮੰਗਾਇਆ ਗਿਆ ਰੂਸ ਤੋਂ। ਫਿਰ ਬਾਬਾ ਬਿਰਸਾ ਸਿੰਘ ਦੇ ਗੁਰਦੁਆਰੇ 'ਚ ਬਨੌਟੀ ਸਿੱਖਾਂ ਨੂੰ ਟ੍ਰੇਨਿੰਗ ਦਿੱਤੀ ਗਈ ਕਿ ਤੁਸੀਂ ਪਹਿਨਾਵਾ ਕਿਵੇਂ ਪਹਿਨਣਾ ਹੈ, ਤੁਸੀਂ ਕਿਸੇ ਸਿੱਖ ਦੇ ਘਰ ਦੇ ਵਿੱਚ ਗੱਲ ਕਿਵੇਂ ਕਰਨੀ ਹੈ, ਤੁਸੀਂ ਉੱਥੇ ਜਾ ਕੇ ਕਿਵੇਂ ਸੌਣਾ ਹੈ, ਕਿਵੇਂ ਤੁਸੀਂ ਕਛਹਿਰਾ, ਕਿਰਪਾਨ, ਸਾਰੇ ਜਿਹੜੀ ਵੀ ਸਿੱਖਾਂ ਦੀ ਮਰਿਆਦਾ ਉਹਦੇ ਮੁਤਾਬਕ ਪਾਠ ਕਰਨਾ ਹੈ। ਤੇ ਉਹਨਾਂ ਨੂੰ ਉਹ ਅਸਲਾ ਦੇ ਕੇ ਜਿਹੜਾ ਰੂਸ ਤੋਂ ਅਫਗਾਨਿਸਤਾਨ ਤੋਂ ਮੰਗਾਇਆ ਸੀ ਉਹ ਉਹਨੂੰ ਦੇਤਾ ਉਹਨਾਂ ਨੂੰ। ਫਿਰ ਇਹ ਜਿਹੜੇ ਇਨਸਰਜੈਂਟ ਸੀਗੇ, ਕਾਊਂਟਰ ਇਨਸਰਜੈਂਟਸ, ਇਹਨਾਂ ਨੇ ਜਾ ਕੇ ਸਿੱਖਾਂ ਦੇ ਘਰਾਂ ਦੇ ਵਿੱਚ ਜਾ ਕੇ ਬੇਈਮਾਨੀਆਂ ਕੀਤੀਆਂ, ਉਹਨਾਂ ਦੀਆਂ ਧੀਆਂ ਦੇ ਨਾਲ ਮਾੜੇ ਕੰਮ ਕੀਤੇ। ਤੇ ਇਹ ਜਿਹੜੀ ਸਾਡੀ ਮੂਵਮੈਂਟ ਸੀ ਨਾ, ਇਸ ਨੂੰ ਬਦਨਾਮ ਕਰਤਾ, ਜਿਹਦੇ ਨਾਲ ਫਿਰ ਫੌਜ ਦਾ ਤੇ ਹਕੂਮਤ ਦਾ ਹੱਥ ਉੱਚਾ ਹੋ ਗਿਆ। ਤੇ ਸਾਡੀ ਜਿਹੜੀ ਲੜਾਈ ਸੀ ਇਹ ਇਹਨਾਂ ਨੇ ਇਸ ਤਰੀਕੇ ਦੇ ਨਾਲ ਸਾਡੀ ਖਤਮ ਕਰਤੀ। ਮਾਨ ਸਾਹਿਬ, ਤੁਹਾਡਾ ਬਹੁਤ, ਤੁਸੀਂ ਸਾਨੂੰ ਆਪਣਾ ਕੀਮਤੀ ਸਮਾਂ ਦਿੱਤਾ, ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਮਿਹਰਬਾਨੀ ਜੀ। ਇਹ ਸਨ ਸਰਦਾਰ ਸਿਮਰਜੀਤ ਸਿੰਘ ਮਾਨ, ਜਿਨ੍ਹਾਂ ਨੇ ਸਾਡੇ ਸਾਰੇ ਕੁਐਸਚਨਾਂ ਦਾ ਬੇਬਾਕ ਤਰੀਕੇ ਨਾਲ ਜਵਾਬ ਦਿੱਤਾ ਹੈ ਤੇ ਸਿੱਖ ਮਸਲਿਆਂ 'ਤੇ ਬੜੇ ਵਿਸਥਾਰ ਨਾਲ ਸਾਡੇ ਨਾਲ ਗੱਲਬਾਤ ਕੀਤੀ ਆ। ਤੇ ਮਾਨ ਸਾਹਿਬ ਦਾ ਇਹ ਵੀ ਕਹਿਣਾ ਵੀ ਜਿਹਨੇ ਵੀ ਕਦੇ ਵੀ ਸਿੱਖਾਂ ਦੇ ਨਾਲ ਟੱਕਰ ਲਈ ਆ ਉਹ ਆਪਣੀ ਮੌਤ ਨਹੀਂ ਮਰਿਆ ਹੈਗਾ, ਚਾਹੇ ਕੋਈ ਵੀ ਹੋਵੇ। ਉਹ ਹਮੇਸ਼ਾ ਹੀ ਜਿਹੜਾ ਹੈਗਾ ਵਿਅਕਤੀ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਅਣਆਈ ਮੌਤ ਮਰਿਆ। ਕੈਮਰਾਮੈਨ ਡਿੰਪੀ ਡੋਗਰਾ ਦੇ ਨਾਲ ਰਣਜੋਤ ਸਿੰਘ, ਵਿਘਨ ਪੰਜਾਬ TV, ਕਿਲ੍ਹਾ ਹਰਨਾਮ ਸਿੰਘ, ਫਤਿਹਗੜ੍ਹ ਸਾਹਿਬ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮਿਹਰਬਾਨੀ ਜੀ।